खालसा जी चैनल ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਾਤਸ਼ਾਹ ਅਡੋਲਾ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੁਕੁਰ ਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੀਵਹੁ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ ਮੁਖ ਦੇਵਹੁ ਹਰ ਨਿਮ ਖਾਤੀ ਹਰ ਬਿਨ ਰਹਿ ਨ ਸਕੋ ਏਕ ਰਾਤੀ ਜਿਉ ਬਿਨ ਅਮਲਾ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹ ਨ ਸਕਹਿ ਅੰਤ ਮਾਤੀ ਤੂ ਪਰਾ ਪਰਾ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਾਤੀ ਹਰਿ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਭਾਤੀ ਨਾਨਕ ਜਨ ਤੁਮਰੇ ਸਰਣਾਈ ਹਰ ਰਾਖੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਭਾਤੀ ਨਾਨਕ ਜਨ ਤੁਮਰੇ ਸਰਨਾਈ ਹਰ ਰਾਖੋ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਰਸੋਈ ਨਗਰੀ
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਣੇ ਗੁਰੂ ਦਰਬਾਰ ਅੰਦਰ ਜੋ ਪਾਵਨ ਮੁੱਖ ਵਾਕ ਦੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ। ਆਓ ਤਿਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਔਰ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਔਰ ਆਪ ਜੀ ਦੇ ਗਿਆਤੇ ਦੱਸਣਾ ਇਹ ਵੀ ਵਾਜਬ ਬਣਦਾ ਹੈ ਕਿ ਅੱਜ ਨਿਰੰਕਾਰੀ ਨਿਰੰਜਣੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਛੇਵੇਂ ਜੋਤੀ ਸਵਰੂਪ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਪੁਰਬ ਹੈ ਔਰ ਆਪ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਮੁਬਾਰਕਾਂ ਤੇ ਆਓ ਸਤਿਗੁਰਾਂ ਦੀ ਅਸੀਸ ਲੈਂਦਿਆਂ ਬੜੇ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਅੱਜ ਦਾ ਪਾਵਨ ਮੁੱਖ ਵਾਕ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਨ ਕੀਤਾ ਹੋਇਆ ਪੰਜਵਾਂ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 668 ਦੇ ਉੱਪਰ ਸ਼ੋਭਨੀਕ ਹੈ। ਔਰ ਅੱਜ ਦੇ ਅੰਮ੍ਰਿਤ ਰਸ ਭਰਪੂਰ ਬਚਨਾਂ ਦੇ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਬੜੇ ਹੀ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਬੜੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ ਕਿ ਭਾਈ ਜੋ ਜਗਿਆਸੂ ਹੈ, ਜਿਸ ਦੇ ਮਨ ਦੇ ਅੰਦਰ ਆਪਣੇ ਪਿਆਰੇ ਦੀ ਖਿੱਚ ਬਣੀ ਹੋਈ ਹੈ ਤੇ ਜਾਂ ਉਸ ਪਿਆਰੇ ਦੇ ਪ੍ਰੇਮ ਰੰਗ ਵਿੱਚ ਰਤਿਆ ਹੋਇਆ ਹੈ, ਮਨ ਦੇ ਅੰਦਰ ਖੁਸ਼ੀ ਵੀ ਹੈ ਕਿ ਮੈਨੂੰ ਮੇਰੇ ਗੁਰੂ ਪਰਮੇਸ਼ਰ ਦੇ ਪ੍ਰੇਮ ਮਿਲਾਪ ਦੀ ਪ੍ਰਾਪਤੀ ਹੋਈ ਹੈ, ਪਰ ਮਨ ਦੇ ਅੰਦਰ ਇਸ ਗੱਲ ਦਾ ਵੀ ਥੋੜਾ ਜਿਹਾ ਤੌਖਲਾ ਬਣਿਆ ਰਹਿੰਦਾ ਹੈ, ਸਹਿ ਬਣਿਆ ਰਹਿੰਦਾ ਹੈ, ਭਾਵੇਂ ਹੋਵੇ ਨਾ ਹੀ ਕਿ ਇਹ ਜਿਹੜਾ ਸੰਜੋਗ ਬਣਿਆ ਕਿਤੇ ਮੁੜ ਵਿਜੋਗ ਵਿੱਚ ਨਾ ਬਦਲ ਜਾਵੇ, ਕਿਤੇ ਮੇਰੀ ਲਿਵ ਨਿਰੰਕਾਰ ਨਾਲੋਂ ਟੁੱਟ ਨਾ ਜਾਵੇ। ਮੇਰਾ ਗੁਰੂ ਦੇ ਨਾਲ ਬੜਾ ਪਿਆਰ ਬਣਿਆ ਹੈ, ਗੁਰੂ ਨੂੰ ਮੇਰੇ ਉੱਪਰ ਬੜਾ ਯਕੀਨ ਹੈ, ਬੜਾ ਭਰੋਸਾ ਹੈ, ਕਿਤੇ ਮੇਰੇ ਕੋਲੋਂ ਕੋਈ ਇਹੋ ਜਿਹਾ ਸਟੈਪ ਨਾ ਪੁੱਟਿਆ ਜਾਵੇ ਕਿ ਮੈਂ ਗੁਰੂ ਦੀਆਂ ਨਜ਼ਰਾਂ ਵਿੱਚ ਡਿੱਗ ਪਵਾਂ, ਮੈਂ ਉਸ ਦੇ ਪ੍ਰੇਮ ਆਨੰਦ ਨੂੰ ਮਾਨਣ ਤੋਂ ਵਿਹੂਣਾ ਰਹਿ ਜਾਵਾਂ। ਫਿਰ ਅੰਦਰਲੀ ਜਿਸ ਤਰ੍ਹਾਂ ਦੀ ਬਾਈਬਲਤਾ ਬਣੀ ਹੁੰਦੀ ਹੈ, ਜਿਸ ਨਾਲ ਵੀ ਸਾਡਾ ਸਨੇਹ ਹੁੰਦਾ ਹੈ, ਮੁਹੱਬਤ ਹੁੰਦੀ ਹੈ, ਪਿਆਰ ਹੁੰਦਾ ਹੈ, ਇਹੀ ਹੁੰਦਾ ਹੈ ਕਿ ਇਹ ਹਸਤੀ ਹਰ ਵੇਲੇ ਮੇਰੀਆਂ ਅੱਖਾਂ ਦੇ ਸਾਹਮਣੇ ਰਹੇ।
ਔਰ ਹਰ ਵੇਲੇ ਮੈਂ ਇਹਦੇ ਦਦਾਰ ਪਿਆਰ ਤੇ ਸ਼ੁਭ ਵਿਚਾਰ ਦਾ ਪਾਤਰ ਬਣਦਾ ਰਹਾ। ਜਿਵੇਂ ਜਿਵੇਂ ਸਾਡੇ ਮਨ ਦੇ ਅੰਦਰ ਇਸ ਤਰ੍ਹਾਂ ਦੀ ਖਿੱਚ ਬਣਦੀ ਹੈ, ਇਸ ਤਰ੍ਹਾਂ ਦੀ ਤੀਬਰਤਾ ਵੱਧਦੀ ਹੈ, ਤੇ ਆਪਣੇ ਇਸ਼ਟ ਦੇ ਹਜ਼ੂਰ ਜਿਹੜਾ ਜਗਿਆਸੂ ਹੈ ਉਹ ਬੇਨਤੀ ਕਰਦਾ ਹੈ, ਉਹ ਤਰਲਾ ਲੈਂਦਾ ਹੈ। ਜਿਵੇਂ ਗੁਰੂ ਕਾ ਸਿੱਖ ਜਿਹੜਾ ਹੈ ਉਹ ਬੜੇ ਹੀ ਭਾਵਪੂਰਤ ਢੰਗ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ ਉਚਾਰਨ ਕਰਦਾ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। हे ਵਾਹਿਗੁਰੂ ਜੀ, ਐਸੀ ਬਖਸ਼ਿਸ਼ ਵਰਤਾ ਦਿਓ, ਮੈਨੂੰ ਤੁਹਾਡਾ ਦੀਦਾਰ ਪ੍ਰਾਪਤ ਹੋ ਜਾਵੇ, ਮੈਂ ਤੁਹਾਡੇ ਪਿਆਰ ਦਾ ਪਾਤਰ ਬਣ ਜਾਵਾਂ। ਤੇ ਇੱਕ ਨਾਲ ਮੇਰੀ ਬੇਨਤੀ ਵੀ ਹੈ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਮੈਨੂੰ ਆਪਣਾ ਸੇਵਕ ਜਾਣ ਕੇ ਆਪਣੇ ਨਾਮ ਦੀ ਦਾਤ ਵੀ ਬਖਸ਼। ਔਰ ਸਾਡੇ ਤਨ ਦੀ ਭੁੱਖ ਵੀ ਹੁੰਦੀ ਹੈ, ਸਾਡੇ ਮਨ ਦੀ ਭੁੱਖ ਵੀ ਹੁੰਦੀ ਹੈ। ਔਰ ਤਨ ਦੀ ਖੁਰਾਕ ਜਿਹੜਾ ਉਹ ਸਾਡਾ ਬਾਹਰਲਾ ਭੋਜਨ ਹੈ, ਤੇ ਮਨ ਦੀ ਖੁਰਾਕ, ਆਤਮਾ ਦੀ ਖੁਰਾਕ ਜਿਹੜੀ ਹੈ ਉਹ ਭਜਨ ਹੈ, ਪ੍ਰਭੂ ਪਿਆਰੇ ਦੀ ਇਬਾਦਤ ਹੈ। ਔਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਸਾਡੇ ਹਿਰਦੇ ਨੂੰ ਠੰਡਕ ਪਹੁੰਚਾਉਣ ਵਾਲਾ ਹੈ। ਉਸ ਦਾ ਨਾਮ ਜਿਹੜਾ ਹੈ ਇਸ ਜਗਤ ਜਲੰਦੇ ਨੂੰ ਠਾਰਨ ਦੀ ਸਮਰੱਥਾ ਰੱਖਦਾ ਹੈ। ਔਰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲੇਹੁ ਉਬਾਰ। ਇਸ ਤਰ੍ਹਾਂ ਦੀ ਪਿਆਸ ਲੱਗੀ ਹੋਵੇ ਤੇ ਉਸ ਪਿਆਸ ਦੇ ਵਿੱਚ ਬਾਈਬਲ ਹੋਇਆ ਗੁਰੂ ਕਾ ਪਿਆਰਾ ਜਗਿਆਸੂ ਰੱਬੀ ਰੰਗ ਵਿੱਚ ਰਤਿਆ ਹੋਇਆ ਇੱਕ ਤਰਲਾ ਲੈਂਦਾ ਹੈ। ਜਿਵੇਂ ਅੱਜ ਦੇ ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਔਰ ਤੀਸਰਾ ਹੀ ਬਖਸ਼ਿਸ਼ ਵਰਤਾਈ ਹੈ ਕਿ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਇੱਕ ਰਤੀ ਮਾਤਰ ਵੀ ਸਮਾਂ ਜਿਹੜਾ ਹੈ ਮੈਂ ਆਪਣੇ ਪਿਆਰੇ ਦੇ ਦਦਾਰ ਪਿਆਰ ਤੋਂ ਬਿਨਾ ਨਹੀਂ ਰਹਿ ਸਕਦੀ। ਜੀਵ ਰੂਪ ਇਸਤਰੀ ਵਿੱਚ ਤਰਲਾ ਲੈਂਦੀ ਹੈ। ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ ਰਹਾਓ। ਬੜੀ ਪਿਆਰੀ ਜੀ ਔਰ ਸਿੱਧੀ ਜੀ ਉਦਾਹਰਣ ਦਿੰਦਿਆਂ ਹੋਇਆਂ, ਜਿਵੇਂ ਕੋਈ ਅਮਲ ਕਰਦਾ ਹੋਵੇ, ਕੋਈ ਵੀ ਨਸ਼ਾ ਕਰਦਾ ਹੋਵੇ। ਇੱਥੇ ਇੱਕ ਮੈਂ ਬੇਨਤੀ ਕਰ ਦੇਵਾਂ, ਗੁਰਮਤ ਦੇ ਵਿੱਚ ਹਰ ਇੱਕ ਨਸ਼ਾ ਵਰਜਤ ਹੈ, ਕਿਉਂਕਿ ਗੁਰੂ ਦਾ ਹੁਕਮ ਹੈ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਕੇਵਲ ਇੱਥੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਕੋਈ ਬੰਦਾ ਅਮਲ ਕਰਨ ਵਾਲਾ ਹੈ, ਨਸ਼ਾ ਕਰਨ ਵਾਲਾ ਹੈ, ਤੇ ਥੋੜੀ ਦੇਰ ਵਾਸਤੇ ਉਹਨੂੰ ਅਮਲ ਨਾ ਮਿਲੇ, ਨਸ਼ਾ ਨਾ ਮਿਲੇ, ਤੇ ਉਹ ਤੋੜ ਖੋਹ ਦਾ ਸ਼ਿਕਾਰ ਹੋ ਜਾਂਦਾ ਹੈ, ਉਹਦੇ ਅੰਦਰ ਘਬਰਾਹਟ ਪੈਦਾ ਹੋ ਜਾਂਦੀ ਹੈ। ਕਹਿੰਦੇ ਇਸੇ ਹੀ ਤਰ੍ਹਾਂ ਸਾਨੂੰ ਪ੍ਰਭੂ ਪਿਆਰੇ ਦੇ ਨਾਮ ਦਾ ਨਸ਼ਾ ਹੈ। ਔਰ ਜਿਸ ਵੇਲੇ ਅਸੀਂ ਨਾਮ ਨੂੰ ਜਪਦੇ ਹਾਂ, ਉਹਦੇ ਨਾਲ ਸਾਡੇ ਹਿਰਦੇ ਨੂੰ ਠੰਡਕ ਮਿਲਦੀ ਹੈ, ਹਿਰਦੇ ਦੇ ਵਿੱਚ ਖੇੜਾ ਬਣਦਾ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦੇ ਪਹਿਲੇ ਬੰਦ ਦੇ ਪਾਠ ਨੂੰ ਆਪਾਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੇ। ਜੋ ਹਰ ਹੈ, ਜੋ ਹਰੀ ਵਾਹਿਗੁਰੂ ਅਕਾਲ ਪੁਰਖ ਹੈ, ਉਹ ਇੱਕ ਸਵਾਂਤੀ ਬੂੰਦ ਦੀ ਨਿਆਈ ਹੈ। ਬਲਕਿ ਅਸੀਂ ਉਹਦੀ ਤੁਲਨਾ ਨਹੀਂ ਕਰ ਸਕਦੇ। ਕੇਵਲ ਜਿਵੇਂ ਅਸੀਂ ਆਪਣੇ ਅੰਦਰਲੀ ਭਾਵਨਾ ਨੂੰ ਪ੍ਰਗਟਾਉਣ ਵਾਸਤੇ ਅਸੀਂ ਸ਼ਬਦ ਵਰਤਦੇ ਹਾਂ। ਅਗਰ ਸਾਨੂੰ ਇਹ ਸੁਆਮੀ ਸਾਡੇ ਮਾਲਕ ਵਾਹਿਗੁਰੂ ਜੀ ਦੇ ਨਾਮ ਦੀ ਇੱਕ ਕਣੀ ਮਿਲ ਜਾਵੇ, ਸਵਾਂਤੀ ਬੂੰਦ ਮਿਲ ਜਾਵੇ, ਤੇ ਸਾਡੀ ਇਹ ਜੁਗਾਂ ਜੁਗੰਤਰਾਂ ਦੀ ਲੱਗੀ ਹੋਈ ਭੁੱਖ, ਲੱਗੀ ਹੋਈ ਤ੍ਰੇਹ ਜਿਹੜੀ ਹੈ ਦੂਰ ਹੋ ਜਾਵੇਗੀ। ਅਸੀਂ ਇੱਕ ਪਪੀਹੇ ਦੀ ਨਿਆਈ ਹੈ, ਇੱਕ ਚਾਤਰਿਕ ਦੀ ਨਿਆਈ ਹੈ। ਔਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਅਸੀਂ ਕਈ ਵਾਰ ਪੜ੍ਹੇ ਔਰ ਸ਼ਰਵਣ ਕੀਤੇ ਨੇ, ਅੱਗੇ ਵੀ ਪੜ੍ਹਨੇ ਔਰ ਸ਼ਰਵਣ ਕਰਨੇ ਨੇ ਕਿ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਜਿਵੇਂ ਇੱਕ ਪਪੀਹਾ ਪੰਛੀ ਜਿਹੜਾ ਹੈ ਉਹ ਤੜਕਸਾਰ ਵੇਲੇ ਜਿਹੜਾ ਵਾਹਿਗੁਰੂ ਦੇ ਹਜ਼ੂਰ ਬੇਨਤੀ ਕਰਦਾ ਹੈ, ਤਰਲਾ ਲੈਂਦਾ ਹੈ ਕਿ ਮੀਂਹ ਪਵੇ ਤੇ ਮੈਨੂੰ ਸਵਾਂਤੀ ਬੂੰਦ ਦੀ ਪ੍ਰਾਪਤੀ ਹੋ ਜਾਵੇ। ਇਸੇ ਹੀ ਤਰ੍ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਾਂ ਚਾ ਲਾਂਗੇ ਉਠ ਨਾਮ ਜਪ ਨਿਸ ਬਾਸਰ ਆਰਾਧ, ਕਰਹਾ ਤੁਝੇ ਨਾ ਵਿਆਪਈ ਨਾਨਕ ਮਿਟੀ ਉਪਾਦ। ਗੁਰੂ ਕਾ ਸਿੱਖ ਵੀ ਤਰਲੇ ਲੈਂਦਾ ਹੈ, ਉਹ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ।
ਵੈਸੇ ਬਾਣੀ ਅਸੀਂ ਕਿਸੇ ਵੀ ਸਮੇਂ ਪੜ੍ਹ ਸਕਦੇ ਹਾਂ, ਪਰੰਤੂ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲੈਣੀ ਅਤਿਅੰਤ ਜ਼ਰੂਰੀ ਹੈ। ਕਹਿੰਦੇ ਭਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ, ਮੇਘੇ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਵਾਹਿਗੁਰੂ ਅਕਾਲ ਪੁਰਖ ਆਪ ਗੁਰੂ ਰੂਪ ਬੱਦਲ ਹੋ ਕੇ ਆਉਂਦਾ ਹੈ। ਜਿਵੇਂ ਬੱਦਲ ਦੇ ਵਿੱਚੋਂ ਕਣੀਆਂ ਜਿਹੜੀਆਂ ਬਰਸਦੀਆਂ ਨੇ, ਇਸੇ ਤਰ੍ਹਾਂ ਗੁਰੂ ਦੇ ਹਿਰਦੇ ਅੰਦਰ ਜਿਹੜਾ ਅੰਮ੍ਰਿਤ ਦਾ ਚਸ਼ਮਾ ਹੁੰਦਾ ਹੈ, ਇਹ ਜਦੋਂ ਨਾਮ ਦੀਆਂ ਕਣੀਆਂ ਬਰਸਦੀਆਂ ਨੇ ਤੇ ਉਹਦੇ ਨਾਲ ਹਿਰਦੇ ਨੂੰ ਠੰਡ ਪੈਂਦੀ ਹੈ। ਮੇਘੇ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਫਿਰ ਅਸੀਂ ਪੜ੍ਹਦੇ ਹਾਂ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜਨ ਸਭ ਸੁਖੀ ਵਸਾਇਆ। ਇਹਦੇ ਨਾਲ ਮੀਂਹ ਪੈਣ ਨਾਲ ਧਰਤੀ ਦੀ ਤਪਸ਼ ਖਤਮ ਹੋ ਜਾਂਦੀ ਹੈ, ਫਸਲ ਤੇ ਹਰਿਆਵਲ ਆ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਰੂਪੀ ਕਣੀਆਂ ਜਦੋਂ ਸਾਡੇ ਹਿਰਦੇ ਵਿੱਚ ਪੈਂਦੀਆਂ ਨੇ, ਫਿਰ ਸਾਡਾ ਈਰਖਾ ਦਵੈਸ਼ ਸਾੜੇ ਦੇ ਵਿੱਚ ਹਰ ਵੇਲੇ ਸੜ ਬਲ ਰਿਹਾ ਮਨ, ਸਾਡਾ ਹਿਰਦਾ ਜਿਹੜਾ ਹੈ ਉਹ ਠੰਡਾ ਠਾਰ ਹੋ ਜਾਂਦਾ ਹੈ। ਔਰ ਸਾਡੀ ਪਿਆਸ ਹੋਰ ਕਿਸੇ ਢੰਗ ਦੇ ਨਾਲ ਮੁੱਕ ਵੀ ਨਹੀਂ ਸਕਦੀ। ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ ਹੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਸ ਵਾਸਤੇ ਬੇਨਤੀ ਕੀਤੀ ਹੈ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਤੁਸੀਂ ਕਿਰਪਾ ਕਰੋ, ਤੁਸੀਂ ਕਿਰਪਾ ਕਰੋ ਕਿ ਆਪਣੇ ਨਾਮ ਦੀ ਸੁਆਂਤੀ ਬੂੰਦ ਜਿਹੜੀ ਹੈ ਸਾਨੂੰ ਮਿਲ ਜਾਵੇ। ਅਸੀਂ ਤੇਰੇ ਸੇਵਕ, ਅਸੀਂ ਤੇਰੇ ਪਾਪੀਹੇ ਜਿਹੜੇ ਨੇ, ਉਹ ਇਸ ਗੱਲ ਦੀ ਪੁਕਾਰ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੀ। ਵੇਖੋ ਕਿੱਡੇ ਪਿਆਰ ਵਾਲੇ ਔਰ ਕਿੱਡੇ ਤਰਲੇ ਵਾਲੇ ਤੇ ਕਿੱਡੇ ਸ਼ਰਧਾ ਵਾਲੇ ਸ਼ਬਦ ਵਰਤੇ ਨੇ। ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਹੇ ਮੇਰੇ ਹਰੀ ਜੀਓ, ਐਸੀ ਕਿਰਪਾ ਕਰ ਦਿਓ, ਐਸੀ ਬਖਸ਼ਿਸ਼ ਵਰਤਾ ਦਿਓ, ਭਾਵੇਂ ਇੱਕ ਨਿਮਖ ਮਾਤਰ ਹੀ ਸਮਾਂ ਮਿਲ ਜਾਵੇ ਮੈਨੂੰ ਇਸ ਬੂੰਦ ਨੂੰ ਚੱਖਣ ਦਾ। ਕਿਉਂਕਿ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟਿਆ, ਹਰ ਹਾਂ ਜਬ ਬਿਸਰੇ ਗੋਬਿੰਦ ਰਾਏ, ਦਿਨੋਂ ਦਿਨ ਘਟਿਏ। ਸਾਨੂੰ ਸੇਧ ਮਿਲਦੀ ਹੈ ਕਿ ਅਸੀਂ ਰੋਜ਼ਾਨਾ ਇਹ ਬੇਨਤੀ ਕਰਿਆ ਕਰੀਏ ਕਿ ਐ ਮੇਰੇ ਦਾਤਾ, ਐ ਮੇਰੇ ਵਾਹਿਗੁਰੂ ਜੀ, ਐਸੀ ਕਿਰਪਾ ਕਰ ਦਿਓ, ਇਹ ਜਿਹੜਾ ਅੰਮ੍ਰਿਤ ਦਾ ਚਸ਼ਮਾ, ਜਿੰਨੀਆਂ ਵੀ ਇਹ ਪਰਮ ਰੂਹਾਂ ਰੱਬੀ ਰੰਗ ਵਿੱਚ ਰਤੀਆਂ ਹੋਈਆਂ ਪ੍ਰਭੂ ਰੂਪ, ਜਿਨ੍ਹਾਂ ਦੇ ਹਿਰਦਿਆਂ ਅੰਦਰ ਅੰਮ੍ਰਿਤ ਦਾ ਚਸ਼ਮਾ ਫੁੱਟਿਆ ਔਰ ਉਹਨਾਂ ਨੇ ਇਸ ਅੰਮ੍ਰਿਤ ਦੇ ਚਸ਼ਮੇ ਨੂੰ ਸ਼ਬਦੀ ਜਾਮਾ ਪਹਿਨਾਇਆ, ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਰੂਪ ਦੇ ਵਿੱਚ ਕਿਤੇ ਇਹ ਬਾਣੀ ਜਿਹੜੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਾ ਹੈ, ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਕਿਤੇ ਇਸ ਨਾਮ ਰੂਪੀ ਅੰਮ੍ਰਿਤ ਦੇ ਚਸ਼ਮੇ ਦੇ ਵਿੱਚੋਂ ਇੱਕ ਨਿਮਖ ਮਾਤਰ ਗੁਰੂ ਦਾ ਸ਼ਬਦ ਜਿਹੜਾ ਹੈ ਮੇਰੀ ਰਸਨਾ ਤੇ ਆ ਜਾਵੇ, ਮੇਰੇ ਹਿਰਦੇ ਵਿੱਚ ਵਸ ਜਾਵੇ। ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ। ਕਿਉਂਕਿ ਮੈਂ ਪ੍ਰਭੂ ਪਿਆਰੇ ਦੇ ਨਾਮ ਤੋਂ ਬਿਨਾ, ਆਪ ਜੀ ਦੇ ਦਦਾਰ ਪਿਆਰ ਤੋਂ ਬਿਨਾ ਇੱਕ ਰੱਤੀ ਮਾਤਰ ਵੀ ਨਹੀਂ ਰਹਿ ਸਕਦੀ, ਥੋੜਾ ਜਿੰਨਾ ਵੀ। ਜਿਵੇਂ ਅਸੀਂ ਸਤਿਗੁਰਾਂ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਜਦੋਂ ਅਸੀਂ ਇਹ ਬੇਨਤੀ ਕਰਦੇ ਹਾਂ, ਤਰਲਾ ਲੈਨੇ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਰਤੀ ਮਾਤਰ ਵੀ, ਥੋੜਾ ਜਿੰਨਾ ਸਮਾਂ ਵੀ ਜਿਹੜਾ ਹੈ ਉਹ ਆਪ ਜੀ ਦੇ ਦਦਾਰ ਪਿਆਰ ਤੋਂ ਬਿਨਾ ਨਹੀਂ ਕੱਟ ਸਕਦਾ, ਨਹੀਂ ਕੱਟ ਸਕਦੀ। ਕਿਰਪਾ ਕਰੋ ਹਰ ਵੇਲੇ ਮੇਰੀ ਰਸਨਾ ਦੇ ਉੱਪਰ ਆਪ ਜੀ ਦੇ ਸ਼ੁਕਰਾਨੇ ਵਾਲੇ ਬੋਲ ਆ ਜਾਣ, ਬਲਕਿ ਮੈਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਆਪ ਜੀ ਦੇ ਨਾਮ ਨੂੰ ਚੇਤੇ ਵਿੱਚ ਰੱਖਾਂ। ਜਿਉ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਤੀ। ਐ ਮੇਰੇ ਪਾਤਸ਼ਾਹ, ਜਿਵੇਂ ਕੋਈ ਅਮਲ ਕਰਨ ਵਾਲਾ ਉਹਨੂੰ ਅਮਲ ਨਾ ਮਿਲੇ ਤੇ ਉਹ ਅਮਲ ਤੋਂ ਬਿਨਾਂ ਵਿਲਕਦਾ ਹੈ, ਤੜਫਦਾ ਹੈ, ਉਹਨੂੰ ਇੰਝ ਲੱਗਦਾ ਹੈ ਜਿਵੇਂ ਮੈਂ ਮੌਤ ਨੂੰ ਨੇੜਿਓਂ ਦੇਖ ਰਿਹਾ ਹੋਵਾਂ। ਐ ਮੇਰੇ ਸੱਚੇ ਪਾਤਸ਼ਾਹ ਜੀ, ਜਦੋਂ ਵੀ ਤੁਹਾਡੇ ਨਾਮ ਤੋਂ ਮੈਂ ਦੂਰ ਹੋਵਾਂ ਤੇ ਸੱਚੀ ਗੱਲ ਇਹ ਹੈ
कि मैं आप जी दे प्यार वाले पासे तो आप जी दे याद वाले पासे तो मर जाती हाँ। तुसीं मैनूं आत्मक जीवन प्रदान करो, ऐसा जीवन मिल जावे जिहदे नाल मैं आत्मक तौर ते कदे मरा ना, क्योंकि एक मौत हुंदी है शरीर दी, एक तन की मौत हुंदी है, मन की मौत भी वैसे मौत के कंसैप्ट नूं असीं विचारना होवे काफ़ी लंबा चौड़ा है, और शरीर की मौत इक्के वार ही हुंदी है। परंतु मानसिक तौर पर असीं दिहाड़ी दे विच पता ही नहीं किन्नी क वार मरदे और जन्मदे हां। जदों रब चेते आउंदा है शुकराना करदे हां, असीं जिउंदे हां। रब्बी याद नूं जदों असीं भुला के मायावी पदार्थां दे मोह विच खचत हो जाने हां, उदों असीं परमेशर दे नाम वाले पासे तो मर जाने हां। एक हुंदा है मन नूं मारना, जिवें दुनियावी पदार्थां वाले पासे तो मन नूं होड़ लेना कि नहीं भाई मैं तो इस मन नूं होड़िया होया है, मेरा तो मन मरिया होया है, मेरा तो मन भरिया होया है। इस वास्ते सानू समझण दी जरूरत है कि आत्मक जीवन वास्ते प्रभु प्यारे दे नाम की अत्यंत जरूरत बनी रहिंदी है। हे मेरे पातशाह जी कृपा करो कि मैं आप जी दे नाम सिमरन विच लग के इस प्रेम आनंद नूं मान सकां। रहाऊ सो रहाऊ वाला बंद जिस भी शब्द विच आउंदा है, ये समझण दी जरूरत है कि ये सारे शब्द का केंद्री भाव हुंदा है। ये पावन पंक्तियां जिन्हां तो बाद विच रहाऊ शब्द आउंदा है, ये बंद सारे शब्द का केंद्री भाव हुंदा है, बल्कि सारे शब्द का मजमून हुंदा है। ते संगीत की दुनिया अंदर इनू सथाई वाली पंक्ति कहा जाता है। इस वास्ते जिहड़े सुगड़ सियाणे विद्वान पुरख ने, गुरु घर दे कीर्तनीए ने, कथावाचक ने, उन्हां वल्लों ये दस्सिया समझाया जाता है कि जदों भी असीं शब्द का कीर्तन जां कथा वखियान करना होवे ते रहाऊ वाले बंद नूं ही आधार बना के चलना चाहिदा है। तुम हर सरवर आते अगाह, हम लह न सकह अंत माती। देखो गुरमुखो, कई बार असीं ना भुलेखा खा जाने आ, सानू थोड़ी जी बख्शिश प्राप्त हो जे ना, असीं रब दा ही अंत लैण तुर पैने आ, रब दा ही अंत लैण तुर पैने। गुरमुखो ना ते रब दा अंत पाया जा सकदा ते ना सानू इहो जी कोई हील हुज्जत करनी चाहिदी है, क्योंकि जे सब मिल के आखण पाए वड्डा ना होवे घाट ना जाए। जिथे असीं पढ़दे हां उत्थे मेरे सतगुरां दे अमृत बोल भी ने कि अंत को चाहण जो गए सो आए अंत गवाए। एक लूण दी डली कहे कि मैं समुंदर दे तल दा अंत पा लवां ते ओदी बेसमझी है, क्योंकि जदों तक वो थलते जावेगी तलते जावेगी उदों तक वो खुर जाती है। इस वास्ते जदों तक असीं कहांगे असीं रब दा अंत पा लईए, रब दा अंत नहीं पवेगा बल्कि साडा अंत हो जाएगा। इस गल नूं समझण दी जरूरत है। मैं कई बार बेनती करदा हुन्ना, ना ते वाहिगुरू अकाल पुरख जी दा अंत पै सकदा है ते ना ही शब्द सरूप वाहिगुरू अकाल पुरख जिहड़े दा धन गुरु ग्रंथ साहिब महाराज दी बाणी दा ही कोई अंत पै सकदा है। ठीक है, कुछ पढ़े लिखे साडे भैण भाई PhD करते हैं वक्-वक् बाणियां दे उपर, मुबारक है, चंगी गल है, स्टडी कर लैनी, पर वो कदी हिक ठोक के ये नहीं कह सकते कि असीं इस बाणी का अंत पा लिया है। जो मैनूं महसूस होंदा है, भावें कोई किड्डा भी अपने आप नूं आलम फाजल कहंदा होवे, चोटी दे विद्वानां दी गिणती विच आउंदा होवे, नाम रखवाउंदा होवे, पर गुरबाणी का अंत नहीं पै सकदा, क्योंकि गुरबाणी जिहड़ी है ये वाहिगुरू अकाल पुरख जी का शब्द स्वरूप है। और बहुत सारे लोग इस तरह के जिहड़े ने यतन करते हैं, पर धन गुरु रामदास महाराज तुहानूं मैनूं ये गल समझा रहे हैं कि ऐ मेरे प्यारे गुरसिखो, अपने वाहिगुरू दे हजूर बेनती करिया करो, तुम हर सरवर अत अगाह। हे वाहिगुरू अकाल पुरख जी, तू बड़ा ही डूंगा सागर है, तू तो ज्ञान का सागर है, तेरी डूंघियाई मापी नहीं जा सकती, तू किड्डा क वड्डा है, अंदाजा भी नहीं लाया जा सकता। तुम हर सरवर अत अगाह, हम लहे ना सके अंत माती। असी तिल मात्र भी जिवें कह लीए, थोड़ा जिन्ना भी तेरा अंत नहीं पा सकते, असी किन्ना क अंत पावांगे। विद्वानां दे बोल ने, कहंदे मन लो एक मिश्री दा पहाड़ है, जिन्नी किसी दे कोल समर्था है, बंदा जांदा है पंड बन लैंदा है जां किसी बर्तन में पा लैंदा है, जे कोई उहदे कोल साधन है वो लद लैंदा है, पर निक्की जी कीड़ी जिहड़ी है उहदी जिन्नी क समर्था उन्ना क चुक के तुर पैंदी है। इसे तरह आप अपनी बुद्ध है जेती, बरणत भिन्न भिन्न तोहे तेती।
ਬਲਕਿ ਰੱਬ ਦਾ ਅੰਤ ਨਹੀਂ ਪੈ ਸਕਦਾ। ਔਰ ਜਿਹੜੇ ਉਹਦੇ ਪਿਆਰ ਨੂੰ ਮਾਨਣ ਵਿੱਚ ਪਤੀਜ ਗਏ ਉਹ ਇੰਨੀ ਗੱਲ ਜ਼ਰੂਰ ਕਹਿੰਦੇ ਨੇ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਗੁਰੂ ਕਿੰਨਾ ਆਨੰਦ ਦਿੰਦਾ ਹੈ, ਪਰਮੇਸ਼ਰ ਦੇ ਪ੍ਰੇਮ ਅਲਾਪ ਦੇ ਵਿੱਚ ਕਿੰਨਾ ਸਕੂਨ ਹੈ। ਭਾਈ ਤੁਸੀਂ ਆਪ ਗੁਰਬਾਣੀ ਪੜ੍ਹ ਕੇ ਵੇਖੋ, ਆਪ ਗੁਰਬਾਣੀ ਸੁਣ ਕੇ ਦੇਖੋ, ਆਪ ਗੁਰਬਾਣੀ ਨੂੰ ਸਮਝ ਕੇ ਆਪਣੇ ਅਮਲ ਵਿੱਚ ਲਿਆ ਕੇ ਵੇਖੋ, ਫਿਰ ਪਤਾ ਲੱਗੇਗਾ ਕਿ ਗੁਰੂ ਦੇ ਪ੍ਰੇਮ ਅਲਾਪ ਦੇ ਵਿੱਚ ਕਿੰਨਾ ਆਨੰਦ ਔਰ ਕਿੰਨਾ ਸਕੂਨ ਹੈ। ਅਸੀਂ ਤਿਲ ਮਾਤਰ ਵੀ ਉਹਦਾ ਅੰਤ ਨਹੀਂ ਪਾ ਸਕਦਾ। ਤੂੰ ਪਰਾ ਪਰਾ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਾਤੀ। ਇਹ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ, ਤੂੰ ਪਰੇ ਤੋਂ ਪਰੇ ਹੈ, ਤੂੰ ਪਰੇ ਤੋਂ ਪਰੇ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਬੇਅੰਤ ਹੈ, ਤੂੰ ਆਪ ਹੀ ਹੈ ਜਿਹੜਾ ਆਪਣੀ ਅਵਸਥਾ ਦਾ ਅੰਦਾਜ਼ਾ ਲਾ ਸਕਦਾ ਹੈ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। हे ਵਾਹਿਗੁਰੂ ਅਕਾਲ ਪੁਰਖ, ਤੂੰ ਕਿੱਡਾ ਕੁ ਵੱਡਾ ਹੈ, ਤੇਰੀ ਕੀ ਅਵਸਥਾ ਹੈ, ਇਹਦੇ ਬਾਰੇ ਤੂੰ ਆਪ ਹੀ ਜਾਣ ਸਕਦਾ ਹੈ। ਕਿਸੇ ਬੰਦੇ ਦੇ ਕੋਲ ਇੰਨੀ ਪਾਵਰ ਨਹੀਂ ਹੈ, ਤਾਕਤ ਨਹੀਂ ਹੈ ਜਿਹੜਾ ਇਸ ਗੱਲ ਦਾ ਅੰਦਾਜ਼ਾ ਲਾ ਸਕਦਾ ਹੋਵੇ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂਲਾ ਰਾਤੀ। ਤੇ ਜਿਹੜੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਸੰਤ ਜਨ ਸਨ, ਜਿਨ੍ਹਾਂ ਨੇ ਆਪਣੀਆਂ ਮਨ ਬਿਰਤੀਆਂ ਨੂੰ ਸਾਧਿਆ ਹੋਇਆ ਸੀ ਜਾਂ ਸਾਧਿਆ ਹੋਇਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਜਾਂ ਅਸੀਂ ਇੰਜ ਕਹਿ ਲਈਏ, ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਏ, ਜਮ ਕੰਕਰ ਨੇੜ ਨਾ ਆਵਈ, ਫਿਰ ਬਾਹੜ ਨਾ ਮਰੀਏ। ਐਸੇ ਜੋ ਸੰਤ ਜਨ ਨੇ, ਸਾਧੂ ਪੁਰਖ ਨੇ, ਗੁਰਮੁਖ ਗੁਰਸਿੱਖ ਪਿਆਰੇ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਨੂੰ ਜਪਿਆ ਹੈ। हे ਮੇਰੇ ਪਾਤਸ਼ਾਹ, ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ, ਉਹ ਤੇਰੇ ਪ੍ਰੇਮ ਰੰਗ ਦੇ ਵਿੱਚ ਬੜੇ ਗੂੜੇ ਰੰਗ ਵਿੱਚ ਰੱਤੇ ਗਏ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੇ ਜਾ ਕਾ ਸਤਗੁਰ ਪੂਰਾ। ਉਹ ਪ੍ਰਭੂ ਪਿਆਰੇ ਦੇ ਪ੍ਰੇਮ ਰੰਗ ਦੇ ਵਿੱਚ ਰੱਤੇ ਗਏ। ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ। ਇਸੇ ਹੀ ਤਰ੍ਹਾਂ ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਇੱਕ ਤੇ ਉਹਨਾਂ ਦੀ ਦੀਨ ਦੁਨੀਆ ਦੇ ਅੰਦਰ ਸੋਭਾ ਬਣੀ, ਉਹਨਾਂ ਦਾ ਮੁਖੜਾ ਸੁਰਖਰੂ ਹੋਇਆ, ਉਹਨਾਂ ਦੀ ਇੱਜ਼ਤ ਬਣੀ, ਉਹਨਾਂ ਦੀ ਰਿਸਪੈਕਟ ਬਣੀ। ਦੇਖੋ, ਜਦੋਂ ਵੀ ਅਸੀਂ ਕਦੇ ਗੁਰ ਅਸਥਾਨ ਤੇ ਜਾਂਦੇ ਹਾਂ, ਸਤ ਸੰਗਤ ਵਿੱਚ ਮਿਲ ਬੈਠਦੇ ਹਾਂ, ਮੈਂ ਕੇਵਲ ਛੋਟੀ ਜਿਹੀ ਉਦਾਹਰਨ ਦੇਣ ਲੱਗਾ ਤੇ ਤੁਸੀਂ ਦੇਖਿਆ ਹੋਵੇਗਾ, ਜਦੋਂ ਵੀ ਕੋਈ ਬੁਲਾਉਂਦਾ ਹੈ ਤਾਂ ਕਹੇਗਾ, ਭੈਣ ਜੀ ਥੋੜਾ ਜਿਹਾ ਰਸਤਾ ਦੇ ਦਿਓ, ਭਾਈ ਸਾਹਿਬ ਜੀ ਥੋੜਾ ਜਿਹਾ ਰਸਤਾ ਦੇ ਦਿਓ। ਅਗਰ ਗੁਰੂ ਕੀ ਦੇਗ ਵਰਤਾਈ ਜਾਂਦੀ ਹੈ, ਕਿੱਡੇ ਅਦਬ ਨਾਲ ਜਿਹੜਾ ਹੈ ਵਾਹਿਗੁਰੂ ਕਹਿ ਕੇ ਇਹ ਪ੍ਰਸ਼ਾਦ ਦਿੱਤਾ ਜਾਂਦਾ ਹੈ। ਤੇ ਜੇ ਸੱਚਮੁੱਚ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਆਸ਼ੇ ਮੁਤਾਬਕ ਪ੍ਰਭੂ ਪਿਆਰੇ ਦੇ ਨਾਮ ਨੂੰ ਜਪ ਕੇ, ਗੁਰੂ ਦੇ ਆਸ਼ੇ ਮੁਤਾਬਕ, ਜਿਵੇਂ ਗੁਰੂ ਕਹਿੰਦੇ, ਗੁਰ ਕਾਹੇ ਸੋ ਕਾਰ ਕਮਾਏ ਜੀ ਦੇ ਧਾਰਨੀ ਬਣ ਜਾਈਏ, ਤੇ ਉਹਦੇ ਨਾਲ ਸਾਡੀ ਹਰ ਪਾਸੇ ਸੋਭਾ ਵੀ ਹੋਵੇਗੀ, ਸਾਨੂੰ ਇੱਜ਼ਤ ਮਾਣ ਵੀ ਮਿਲੇਗਾ, ਸਾਨੂੰ ਦੀਨ ਦੁਨੀਆ ਦੇ ਅੰਦਰ ਜਿਹੜਾ ਹੈ ਅਦਬ ਸਤਕਾਰ ਮਿਲੇਗਾ। ਦੁਨੀਆ ਦਾ ਹਰ ਇੱਕ ਬੰਦਾ ਚਾਹੁੰਦਾ ਹੈ ਮੈਨੂੰ ਅਦਬ ਸਤਕਾਰ ਮਿਲੇ, ਪਰੰਤੂ ਇਹ ਅਦਬ ਸਤਕਾਰ ਬੰਦਿਆਂ ਦੇ ਕੋਲੋਂ ਚਾਹੁੰਦਾ ਹੈ, ਮਨੁੱਖਾਂ ਦੇ ਕੋਲੋਂ ਚਾਹੁੰਦਾ ਹੈ। ਇਹ ਪੈਸੇ ਨਾਲ ਚਾਹੁੰਦਾ ਹੈ ਲੋਕਾਂ ਨੂੰ ਖਰੀਦ ਕੇ ਅਦਬ ਸਤਕਾਰ ਲੈਣਾ, ਆਪਣੀ ਇੱਜ਼ਤ ਕਰਵਾਉਣੀ, ਤੇ ਜਾਂ ਫਿਰ ਇਹਦੇ ਕੋਲ ਥੋੜਾ ਜਿਹਾ ਕੋਈ ਤਾਕਤ ਆ ਜਾਵੇ, ਇਹਦੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਜਾਂ ਕਿਤੇ ਉੱਚੇ ਮਰਤਬੇ ਦੇ ਉੱਪਰ ਬੈਠਾ ਹੋਵੇ, ਇਹ ਫਿਰ ਆਪਣੇ ਜਿਹੜੇ ਜੂਨੀਅਰ ਹੁੰਦੇ ਨੇ, ਜਿਹੜੇ ਆਪਣੇ ਤੋਂ ਥੱਲੇ ਹੁੰਦੇ ਨੇ, ਉਹਨਾਂ ਨੂੰ ਦਬਕਾ ਕੇ ਵੀ ਆਪਣੀ ਇੱਜ਼ਤ ਕਰਵਾਉਣੀ ਚਾਹੁੰਦਾ ਹੈ। ਪਰੰਤੂ ਗੁਰਮੁਖੋ, ਇਹ ਇੱਜ਼ਤ ਬਹੁਤੀ ਦੇਰ ਨਹੀਂ ਰਹਿੰਦੀ, ਕਿਉਂਕਿ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਜੇ ਅਸੀਂ ਇੱਜ਼ਤ ਚਾਹੁੰਦੇ ਹਾਂ, ਅਦਬ ਸਤਕਾਰ ਚਾਹੁੰਦੇ ਹਾਂ, ਤੇ ਵਾਹਿਗੁਰੂ ਕੋਲੋਂ ਮੰਗਣਾ ਚਾਹੀਦਾ ਹੈ। ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਨੂੰ, ਮੈਨੂੰ, ਆਪਾਂ ਸਾਰਿਆਂ ਨੂੰ ਸਮਝਾ ਵੀ ਦਿੱਤਾ ਹੈ ਕਿ ਭਾਈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ।
ਅਗਰ ਤੁਸੀਂ ਵੀ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਜਾਵੋ, ਤੁਹਾਡੀ ਵੀ ਸੋਭਾ ਵਡਿਆਈ ਹੋਵੇਗੀ ਔਰ ਤੁਸੀਂ ਵੀ ਦਾਨਿਆਂ ਪ੍ਰਦਾਨਿਆਂ ਵਿੱਚ ਆ ਜਾਵੋਗੇ, ਤੁਹਾਨੂੰ ਵੀ ਹਰ ਪਾਸੇ ਅਦਬ ਸਤਿਕਾਰ ਮਿਲੇਗਾ। ਆਪੇ ਠਾਕੁਰ ਆਪੇ ਸੇਵਕ ਆਪ ਬਣਾਵਾ ਭਾਤੇ। ਵਾਹਿਗੁਰੂ ਅਕਾਲ ਜਿਹੜਾ ਉਹ ਆਪ ਹੀ ਮਾਲਕ ਹੈ ਔਰ ਆਪ ਹੀ ਸੇਵਕ ਹੈ, ਕਿਉਂਕਿ ਉਹ ਸਾਰਿਆਂ ਦੇ ਵਿੱਚ ਵਸਦਾ ਹੈ, ਅਮੀਰ ਗਰੀਬ ਹਰੇਕ ਦੇ ਵਿੱਚ ਵਸਦਾ ਹੈ। ਠੀਕ ਹੈ, ਮੈਂ ਕਈ ਵਾਰ ਅਰਜ਼ ਕੀਤੀ ਹੈ, ਦੁਬਾਰਾ ਦੁਹਰਾਉਣ ਦੀ ਗੁਸਤਾਖੀ ਚਾਹਾਂਗਾ। ਕੁਝ ਸ਼ੈਤਾਨੀ ਦਿਮਾਗ ਵਾਲੇ ਲੋਕਾਂ ਨੇ ਭੋਲੀ ਭਾਲੀ ਮਾਨਵਤਾ ਨੂੰ ਵਰਨ ਵਿੱਚ ਵੰਡ ਦਿੱਤਾ ਔਰ ਵਰਨ ਵੰਡ ਵਿੱਚ ਵੰਡ ਕੇ ਕੁਝ ਅਧਿਕਾਰ ਜਿਹੜੇ ਸੀ ਉਹ ਥੋੜੇ ਥੋੜੇ ਦੂਜਿਆਂ ਨੂੰ ਦੇਤਾ, ਪਰੰਤੂ ਆਪ ਉਹ ਸਭ ਤੋਂ ਪਾਵਰਫੁਲ ਰਹੇ ਕਿ ਅਸੀਂ ਸਭ ਤੋਂ ਉੱਤਮ ਹਾਂ। ਜਿਵੇਂ ਕਹਿ ਲਈਏ ਉਹਨਾਂ ਨੇ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਸ ਤਰ੍ਹਾਂ ਜਿਹੜਾ ਸਮਾਜ ਸੀ, ਜਿਹੜੀ ਮਾਨਵਤਾ ਸੀ, ਉਹਨੂੰ ਵਰਨ ਵੰਡ ਵਿੱਚ ਵੰਡ ਦਿੱਤਾ ਔਰ ਵਿਪਰ ਜਿਹੜਾ ਸੀ ਪੁਜਾਰੀ ਬਣ ਗਿਆ ਤੇ ਜਿਹੜੇ ਖੱਤਰੀ ਸੀ ਉਹਨਾਂ ਨੂੰ ਰਾਜੇ ਬਣਾ ਦਿੱਤਾ। ਵਿਪਰ ਰਾਜੇ ਦੀ ਇੱਜ਼ਤ ਕਰਨ ਲੱਗ ਪਿਆ, ਰਾਜੇ ਦੀ ਸਲਾਹਤ ਕਰਨ ਲੱਗ ਪਿਆ ਕਿ ਜਿਹੜਾ ਰਾਜਾ ਹੁੰਦਾ ਹੈ ਉਹਦਾ ਹੁਕਮ ਪ੍ਰਜਾ ਨੂੰ ਮੰਨਣਾ ਚਾਹੀਦਾ ਹੈ, ਇਹ ਰੱਬ ਦਾ ਹੁਕਮ ਹੁੰਦਾ ਹੈ। ਤੇ ਰਾਜਾ ਕਹਿੰਦਾ ਜੇ ਤੁਸੀਂ ਕੁਝ ਦਾਨ ਪੁੰਨ ਕਰਨਾ ਹੈ ਤੇ ਬ੍ਰਾਹਮਣ ਨੂੰ ਕਰੋ, ਵਿਪਰ ਨੂੰ ਕਰੋ, ਤੂੰ ਮੈਨੂੰ ਮੁੱਲਾ ਕਹਿ ਮੈਂ ਤੈਨੂੰ ਕਾਜੀ। ਇਸ ਤਰ੍ਹਾਂ ਜਿਹੜਾ ਸੀ ਦਬਾਅ ਵੱਧਦਾ ਗਿਆ, ਪ੍ਰਜਾ ਨੂੰ ਆਪਣੇ ਅਧੀਨ ਬਣਾਉਂਦਿਆਂ ਹੋਇਆਂ ਧਰਮ ਦੇ ਨਾਮ ਦੇ ਉੱਪਰ ਵੰਡ ਵਿਤਕਰੇ ਹੋਣੇ ਸ਼ੁਰੂ ਹੋ ਗਏ। ਇਸ ਜਗਤ ਦੇ ਅੰਦਰ ਇੰਨਾ ਮਾਨਵਤਾ ਨੂੰ ਸੰਤਾਪ ਭੋਗਣਾ ਪਿਆ ਜਿਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਭਗਤੀ ਲਹਿਰ ਉੱਠੀ ਔਰ ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਨੂੰ ਉਠਾਇਆ ਔਰ ਕਈ ਤਰ੍ਹਾਂ ਦੇ ਤਸੀਹਿਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਚਾਹੇ ਅਸੀਂ ਭਗਤ ਨਾਮਦੇਵ ਜੀ ਦੀ ਗੱਲ ਕਰੀਏ, ਚਾਹੇ ਅਸੀਂ ਭਗਤ ਕਬੀਰ ਸਾਹਿਬ ਜੀ ਦੀ ਗੱਲ ਕਰੀਏ, ਚਾਹੇ ਅਸੀਂ ਭਗਤ ਸਦਨਾ ਜੀ ਦੀ ਗੱਲ ਕਰੀਏ, ਚਾਹੇ ਭਗਤ ਰਵਿਦਾਸ ਜੀ ਦੀ ਗੱਲ ਕਰੀਏ, ਮੈਂ ਕੇਵਲ ਟੁਕ ਮਾਤਰ ਇੰਨੇ ਕੁ ਭਗਤ ਸਾਹਿਬਾਨ ਦਾ ਜ਼ਿਕਰ ਕੀਤਾ ਹੈ। ਔਰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਵਾਸਤੇ ਇਹ ਤਨ ਕਰਕੇ ਸਰੀਰ ਦੇ ਵਿੱਚ ਆਉਂਦੇ ਨੇ ਔਰ ਸੱਚ ਦੀ ਗੱਲ ਕਰਦੇ ਨੇ। ਤੇ ਜਿਸ ਦਿਨ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਬਲਕਿ ਜਿਸ ਦਿਨ ਤੋਂ ਉਹਨਾਂ ਨੇ ਇੱਕ ਓੰਕਾਰ ਦੀ ਗੱਲ ਕੀਤੀ ਔਰ ਜਿਸ ਦਿਨ ਤੋਂ ਉਹਨਾਂ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਔਰ ਜਿਸ ਦਿਨ ਤੋਂ ਉਹਨਾਂ ਨੇ ਅਗਨੀ ਬੇਦੀ ਨਾਲ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ, ਸੱਚਮੁੱਚ ਗੁਰਮੁਖੋ ਇੰਜ ਕਹਿ ਸਕਦੇ ਹਾਂ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸੇ ਦਿਨ ਤੋਂ ਹੀ ਸਿੱਖੀ ਦੇ ਦੋਖੀ ਜਿਹੜੇ ਸੀ ਉਹ ਆਲੇ ਦੁਆਲੇ ਤੋਂ ਪਣਪ ਪਏ ਸੀ, ਆਲੇ ਦੁਆਲੇ ਤੋਂ ਪਣਪ ਪਏ ਸੀ। ਜਿਹੜੇ ਤਰ੍ਹਾਂ ਤਰ੍ਹਾਂ ਦੇ ਮਾਨਵਤਾ ਦੇ ਅੰਦਰ ਭਰਮ ਫੈਲਾਇਆ ਹੋਇਆ ਸੀ ਕਿ ਫਲਾਣਾ ਬੰਦਾ ਧਰਮ ਸਥਾਨ ਤੇ ਆ ਸਕਦਾ ਹੈ, ਦੂਜਾ ਨਹੀਂ, ਇਹ ਸ਼ੂਦਰ ਹੈ। ਇਹ ਜਿਤਨੇ ਪ੍ਰਾਤਨ ਵੇਦ ਨੇ, ਸਿਮਰਤੀਆਂ ਨੇ, ਸ਼ਾਸਤਰ ਨੇ, ਪ੍ਰਾਣ ਨੇ, ਇਹ ਸੰਸਕ੍ਰਿਤ ਵਿੱਚ ਨੇ ਤੇ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ, ਕੇਵਲ ਬ੍ਰਾਹਮਣ ਪੜ੍ਹ ਸਕਦਾ ਹੈ। ਇਹ ਜਿਹੜੇ ਵੰਡ ਵਿਤਕਰੇ ਸੀ ਉਸ ਵੇਲੇ ਦੇ ਇਸ ਤਰ੍ਹਾਂ ਬਣੇ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਪ੍ਰਚਾਰਕ ਦੌਰੇ ਵਿੱਢੇ ਔਰ ਇਹਨਾਂ ਦੇ ਅੰਦਰ ਮਾਨਵਤਾ ਨੂੰ ਸੱਚ ਦਾ ਰਸਤਾ ਵਿਖਾਇਆ, ਹੱਕ ਸੱਚ ਦੀ ਗੱਲ ਕੀਤੀ। ਉਸ ਵੇਲੇ ਦਾ ਜਿਹੜਾ ਰਾਜਸੀ ਪ੍ਰਭਾਵ ਸੀ, ਉਹਦੇ ਜੋ ਬਣੇ ਹੋਏ ਕਾਨੂੰਨ ਸਨ ਜਾਂ ਧੱਕੇਸ਼ਾਹੀਆਂ ਸੀ, ਉਹ ਵੀ ਖੁੱਲ੍ਹੇਆਮ ਬਿਆਨ ਕੀਤੀਆਂ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗੈਣ ਬੈਠੇ ਸੁੱਤੇ, ਚਾਕਰ ਨੈ ਦਾ ਪਾਈਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਇਸ ਤਰ੍ਹਾਂ ਦੀ ਹਾਲਤ ਹੋ ਗਈ ਸੀ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਹੁਣ ਇੱਕ ਪਾਸੇ ਰਾਜ ਸੀ ਤੇ ਦੂਸਰੇ ਪਾਸੇ ਨੇ ਧਾਰਮਿਕ ਆਗੂ ਜਿਹੜੇ ਧਰਮ ਦੇ ਨਾਮ ਦੇ ਉੱਪਰ ਰਾਜਨੀਤੀ ਦੇ ਪਹਿਰੇਦਾਰੀ ਕਰਦਿਆਂ ਹੋਇਆਂ ਭੋਲੀ ਭਾਲੀ ਮਾਨਵਤਾ ਦੇ ਉੱਪਰ ਜ਼ੁਲਮ ਢਾ ਰਹੇ ਨੇ। ਲੋਕਾਂ ਨੂੰ ਆਪਸ ਦੇ ਵਿੱਚ ਧਰਮ ਦੇ ਨਾਮ ਦੇ ਉੱਪਰ, ਜਾਤਾਂ ਵਰਨਾਂ ਦੇ ਨਾਮ ਉੱਪਰ ਲੜਾ ਕੇ ਦੂਜਿਆਂ ਦੇ ਖੂਨ ਦੀ ਹੋਲੀ ਖੇਡ ਰਹੇ ਨੇ। ਔਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਕਿਉਂਕਿ ਆਪਾਂ ਸਮੇਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡਾ ਉਪਕਾਰ ਕੀਤਾ। ਵੈਸੇ ਉਹਨਾਂ ਦੇ ਉਪਕਾਰ ਸਾਰੇ ਹੀ ਬੜੇ ਵੱਡੇ ਨੇ, ਕੇਵਲ ਮੈਂ ਸਮਝਣ ਵਾਸਤੇ ਅਰਜ਼ ਕਰਨ ਲੱਗਾ ਹਾਂ ਕਿਉਂਕਿ ਤੁਹਾਨੂੰ ਮੈਨੂੰ ਵੀ ਸੌਖੇ ਢੰਗ ਨਾਲ ਪਤਾ ਲੱਗ ਜਾਵੇ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਵੱਡੇ ਸਤਿਗੁਰਾਂ ਦੀ ਬਾਣੀ ਸੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਔਰ ਆਪਣੀ ਬਾਣੀ ਭਗਤ ਸਾਹਿਬਾਨ ਦੀ, ਭੱਟ ਸਾਹਿਬਾਨ ਦੀ, ਗੁਰਸਿੱਖਾਂ ਦੀ ਬਾਣੀ, ਇਸ ਸਾਰੇ ਅੰਮ੍ਰਿਤਮਈ ਬਾਣੀ ਨੂੰ ਸੰਪਾਦਨ ਕੀਤਾ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ਼ੋਭਨੀਕ ਹੈ।
और इस महान ग्रंथ की संपादना की और पहला पावन प्रकाश सचखंड श्री हरमंदर साहिब विखे जिस वेले करवाया गया, बाबा बुढ़ा साहब जी ने इस महान ग्रंथ दे महान ग्रंथी स्थापित किया गया। हर पासे सच की गल होने लगी। अमृतसर भी केंद्रीय स्थान बन गया। सचखंड श्री हरमंदर साहिब विखे धन श्री गुरु ग्रंथ साहिब जी का प्रकाश हो गया। किसी भी कौम की गवाही वास्ते उहदे धर्म के सिद्धांतां असूलों का होना जरूरी है। ये सारी मर्यादा परंपरा जिहड़ी सी सतगुरु श्री गुरु ग्रंथ साहिब महाराज जी की बाणी अंदर दर्ज सी, जिहदे तो कुछ राजनीतिक आगू ते कुछ धार्मिक कट्टरता वाले विपर जिहड़े सन, उन्हां दियां चुगलियां, उन्हां दियां मन घड़त गल्लां विच आण के उस वेले दे बादशाह जहांगीर ने मुर्तजा खान नूं साहिब श्री गुरु अर्जुन देव महाराज गिरफ्तार करके लाहौर पहुंचाउण दा हुक्म दिता सी। मैं बेनती कर लगा है, साहिब श्री गुरु अर्जुन देव महाराज जिस वेले 25 मई, क्योंकि जो असी श्रोमणी गुरुद्वारा प्रबंधक कमेटी वालों प्रकाशित सिख इतिहास भाग पहला पढ़ते हैं तो उहदे अंदर भी सानू ये जिक्र मिलता है कि जेठ वधी 14 बल्कि 28 जेठ संमत 1663 मुताबक 25 मई सन 1606 ਨੂੰ ਜਦੋਂ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਲਾਹੌਰ ਨੂੰ ਚੱਲੇ ਤੇ ਉਹਨਾਂ ਨੇ ਆਪਣੇ ਫਰਜ਼ੰਦ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਬਾਂਹ ਜਿਹੜੀ ਸੀ ਉਹ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਇਹ ਸਾਰੇ ਮਹਾਨ ਗੁਰੂ ਕੇ ਸਿੱਖ ਨੇ ਤੇ ਬਾਬਾ ਬੁੱਢਾ ਜੀ ਦੇ ਹੱਥ ਬਾਂਹ ਪਕੜਾਈ। ਵੈਸੇ ਕੇਸਰ ਸਿੰਘ ਛਿੱਬਰ ਜਿਹੜਾ ਉਹ ਭਾਈ ਗੁਰਦਾਸ ਜੀ ਦੀ ਗੱਲ ਕਰਦਾ। ਖੈਰ ਇਹ ਜਿਹੜੇ ਸਿੱਖ ਸੀ ਇਹਨਾਂ ਦੇ ਹੱਥ ਵਿੱਚ ਬਾਂਹ ਫੜਾ ਦਿੱਤੀ ਕਿਉਂਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਦੇ ਅੰਦਰ ਇਹ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਨੂੰ ਬਖੂਬੀ ਸੰਭਾਲ ਸਕਦੇ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ। ਗੱਲ ਕਿ ਉਹਨਾਂ ਨੇ ਨਿਯਤ ਕਰ ਦਿੱਤਾ ਸੀ ਜੇ ਅਸੀਂ ਇੰਜ ਕਹਿ ਲਈਏ ਤਾਂ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਉਸੇ ਦਿਨ ਹੀ ਮਿਲ ਗਈ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਹੌਰ ਨੂੰ ਜਾਂਦੇ ਨੇ। ਲਾਹੌਰ ਦੇ ਵਿੱਚ ਜਹਾਂਗੀਰ ਦੇ ਹੁਕਮ ਦੇ ਨਾਲ, ਕਿਉਂਕਿ ਬਾਦਸ਼ਾਹ ਰਸਾਨਨ ਇਸ ਕਾਨੂੰਨ ਦੇ ਤਹਿਤ ਦੀਵਾਨ ਚੰਦੂ ਨੇ ਆਪਣੀ ਨਿਗਰਾਨੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਸਹਿ ਕਹਿ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ। ਜਦੋਂ ਪਤਾ ਚੱਲਿਆ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ, ਭਾਈ ਬਿਧੀ ਚੰਦ, ਭਾਈ ਲੰਗਾ ਜੀ ਜਿਹੜੇ ਨਾਲ ਗਏ ਸੀ, ਇਹਨਾਂ ਨੇ ਦੱਸਿਆ ਤੇ ਇਸ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਜਦੋਂ ਗੁਰਿਆਈ ਦੀ ਰਸਮ ਹੋਣ ਲੱਗੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਮਰਿਆਦਾ ਸੀ ਸੈਲੀ ਟੋਪੀ ਦੀ ਉਹ ਲੈ ਕੇ ਆਏ। ਜਿਵੇਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਹਾਂ ਤੇ ਮੀਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਇਹ ਸੈਲੀ ਟੋਪੀ ਜਿਹੜੀ ਉਹ ਹੁਣ ਤੋਸੇ ਖਾਨੇ ਵਿੱਚ ਰੱਖ ਦਿੱਤੀ ਜਾਵੇ। ਸੈਲੀ ਕੀ ਹੁੰਦੀ ਸੀ? ਉੱਨ ਜਾਂ ਰੇਸ਼ਮ ਦੀ ਗੁੰਦੀ ਹੋਈ ਰੱਸੀ ਹੁੰਦੀ ਸੀ ਜਿਹੜੀ ਟੋਪੀ ਦੇ ਉੱਪਰ ਜਾਂ ਦਸਤਾਰ ਪਰਨੇ ਦੇ ਉੱਪਰ ਸਜਾਈ ਜਾਂਦੀ ਸੀ। ਕਹਿੰਦੇ ਹੁਣ ਸਾਨੂੰ ਲੋੜ ਹੈ ਤਲਵਾਰ ਦੀ, ਹੁਣ ਸਾਨੂੰ ਲੋੜ ਹੈ ਦਸਤਾਰ ਦੀ। ਇਸ ਵਾਸਤੇ ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਗੁਰੂ ਘਰ ਵਿੱਚ ਦਸਤਾਰ ਨਹੀਂ ਸੀ ਸਜਾਈ ਜਾਂਦੀ, ਸਾਬਤ ਸੂਰਤ ਦਸਤਾਰ ਸਿਰਾ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਦਸਤਾਰ, ਤਲਵਾਰ ਇਹਨਾਂ ਦੀ ਅੱਜ ਸਾਨੂੰ ਜ਼ਰੂਰਤ ਹੈ। ਇਸ ਤੋਂ ਅੱਗੇ ਹੋਰ ਜਿਵੇਂ ਜਿਵੇਂ ਉਹਨਾਂ ਨੇ ਬਹੁਤ ਕੁਝ ਕਿਹਾ ਔਰ ਜਿਵੇਂ ਉਹਨਾਂ ਦੀ ਮੰਗ ਸੀ ਕਿ ਹੁਣ ਸਾਨੂੰ ਚੰਗੀਆਂ ਜਵਾਨੀਆਂ ਦੀ, ਚੰਗਿਆਂ ਘੋੜਿਆਂ ਦੀ, ਚੰਗਿਆਂ ਹਥਿਆਰਾਂ ਦੀ ਲੋੜ ਹੈ। ਸੋ ਇਸ ਮਕਸਦ ਨੂੰ ਲੈ ਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਸ਼ਾਸਤਰ ਦੀ ਮੰਗ ਕੀਤੀ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਗੁਰਿਆਈ ਦੀ ਰਸਮ ਕਰਨ ਲੱਗੇ ਤੇ ਉਹਨਾਂ ਨੇ ਤਲਵਾਰ ਪਹਿਨਾਈ। ਵੈਸੇ ਪੰਥ ਪ੍ਰਕਾਸ਼ ਦਾ ਕਰਤਾ ਜਿਹੜਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਕਰਤਾ ਗਿਆਨੀ ਗਿਆਨ ਸਿੰਘ, ਰੱਬ ਜਾਣੇ ਉਹਦੇ ਕੋਲੋਂ ਭੁਲੇਖਾ ਲੱਗਾ ਜਾਂ ਕਿਵੇਂ, ਉਹ ਕਹਿੰਦਾ ਹੈ ਕਿ ਜਿਹੜੀ ਕਿਰਪਾਨ ਸੀ ਉਹ ਸੱਜੇ ਪਾਸੇ ਨੂੰ ਪੈ ਗਈ ਤੇ ਜਦੋਂ ਬਾਬਾ ਬੁੱਢਾ ਜੀ ਉਤਾਰ ਕੇ ਫਿਰ ਸਹੀ ਕਰਨ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਨਹੀਂ, ਇੱਕ ਤਲਵਾਰ ਜਿਹੜੀ ਹੈ ਹੋਰ ਪਹਿਨਾ ਦਿਓ। ਉਹਨੇ ਆਪਣੇ ਢੰਗ ਨਾਲ ਇਉਂ ਕੀਤਾ ਹੈ। ਅੱਜ ਵੀ ਸਾਨੂੰ ਆਪਣੇ ਇਤਿਹਾਸ ਨੂੰ ਪੜ੍ਹਨ ਵਾਚਣ ਦੀ ਲੋੜ। ਮੈਂ ਬੇਨਤੀ ਕਰਿਆ ਕਰਦਾ ਅੱਜ ਸਾਡੇ ਤੇ ਸਰੀਰਕ ਹੀ ਨਹੀਂ ਬੌਧਿਕ ਤੌਰ ਤੇ ਵੀ ਹਮਲੇ ਹੋ ਰਹੇ ਨੇ, ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਹਿਸਟਰੀ ਆਫ ਪੰਜਾਬ ਦੇ ਵਿੱਚ ਵੀ ਇਹ ਗੱਲ ਪੜ੍ਹਾਈ ਜਾਂਦੀ ਹੈ। ਪਰੰਤੂ ਗੁਰਮੁਖੋ, ਬਾਬਾ ਬੁੱਢਾ ਸਾਹਿਬ ਜੀ ਸ਼ਾਸਤਰ ਵਿਦਿਆ ਦੇ ਵਿੱਚ ਨਿਪੁੰਨ ਸਨ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਖਰੀ ਵਿਦਿਆ, ਅਧਿਆਤਮਕ ਸੋਝੀ ਜਿਹੜੀ ਸੀ ਭਾਵੇਂ ਵਾਹਿਗੁਰੂ ਅਕਾਲ ਪੁਰਖ ਦੇ ਘਰ ਵਿੱਚੋਂ ਪ੍ਰਾਪਤ ਹੋਈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿਦਿਆ, ਘੋੜ ਸਵਾਰੀ,
ਇਹ ਤਲਵਾਰਬਾਜੀ, ਇਹ ਨੇਜੇਬਾਜੀ, ਇਹ ਜਿੰਨੀਆਂ ਸਿੱਖਿਆਵਾਂ ਸਨ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ ਰੇਖ ਹੇਠ ਹੋਈਆਂ ਸਨ। ਬਾਬਾ ਬੁੱਢਾ ਜੀ ਨੂੰ ਭੁਲੇਖਾ ਨਹੀਂ ਪੈ ਸਕਦਾ, ਪਰ ਸਮਝਣ ਦੀ ਗੱਲ ਇਹ ਹੈ, ਦੋ ਤਲਵਾਰਾਂ ਸੀ, ਗਿਆਨ ਖੜਗ ਤੇ ਲੋਹ ਖੜਗ। ਗਿਆਨ ਖੜਗ ਨਾਲ ਜਿਹੜੇ ਸਾਡੇ ਅੰਦਰਲੇ ਦੁਸ਼ਮਣ ਨੇ, ਵਕਾਰ ਨੇ, ਉਹਨਾਂ ਨੂੰ ਮਾਰਿਆ ਜਾਂਦਾ ਹੈ। ਲੋਹ ਖੜਗ ਨਾਲ ਬਾਹਰਲੇ ਜ਼ੁਲਮਾਂ ਨਾਲ ਟੱਕਰ ਲਈ ਜਾਂਦੀ ਹੈ। ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਅੱਜ ਉਹਨਾਂ ਦਾ ਗੁਰਗੱਦੀ ਦਿਵਸ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਔਰ ਕੇਵਲ ਆਪ ਹੀ ਸ਼ਸਤਰ ਧਾਰਨ ਨਾ ਕੀਤੇ, ਆਪਣੇ ਸਿੱਖਾਂ ਨੂੰ ਵੀ ਸ਼ਸਤਰ ਪਹਿਨਾਏ, ਘੋੜ ਸਵਾਰੀਆਂ ਕਰਵਾਈਆਂ। ਔਰ ਨਗਰ ਸੁਰ ਸਿੰਘ ਤੋਂ ਦੋ ਪ੍ਰਸਿੱਧ ਢਾਡੀ ਭਾਈ ਨੱਥਾ, ਭਾਈ ਅਬਦੁੱਲਾ ਜੀ ਨੂੰ ਬੜੇ ਅਦਬ ਸਤਿਕਾਰ ਦੇ ਸਹਿਤ ਸ੍ਰੀ ਅੰਮ੍ਰਿਤਸਰ ਵਿਖੇ ਮੰਗਵਾਇਆ ਗਿਆ। ਢਾਡੀ ਪਰੰਪਰਾ ਜਿਹੜੀ ਸੀ ਇਹਨੂੰ ਆਰੰਭ ਕੀਤਾ ਗਿਆ। ਇਸ ਤਰ੍ਹਾਂ ਉਹਨਾਂ ਨੇ ਪਹਿਲਾ ਜਥਾ ਜਿਹੜਾ ਸੀ ਸਿੱਖ ਫੌਜ ਦਾ ਤਿਆਰ ਕੀਤਾ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ ਵਿੱਚ ਸਾਡਾ ਸਿਰ ਝੁਕਦਾ ਹੈ। ਇਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਢਲਾ ਥੜਾ ਜਿਹੜਾ ਸੀ ਉਹਦੇ ਵਿੱਚ ਕਿਸੇ ਹੋਰ ਨੂੰ ਹੱਥ ਨਹੀਂ ਸੀ ਲਗਾਉਣ ਦਿੱਤਾ। ਕੇਵਲ ਦੋ ਰੱਬੀ ਰੰਗ ਵਿੱਚ ਰਤੀਆਂ ਹੋਈਆਂ ਰੂਹਾਂ ਸਨ, ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ। ਇਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਢਲਾ ਥੜਾ ਜਿਹੜਾ ਸੀ, ਇਹ ਤਿੰਨ ਇਹਨਾਂ ਪਰਮ ਹਸਤੀਆਂ ਨੇ ਰੱਬੀ ਪ੍ਰੇਮ ਵਿੱਚ ਰਤੀਆਂ ਹੋਈਆਂ ਰੂਹਾਂ ਨੇ ਬਣਾਇਆ ਸੀ। ਕਿਸੇ ਰਾਜ ਨਹੀਂ ਹੱਥ ਲਗਾਇਓ, ਬੁੱਢੇ ਆਉ ਗੁਰਦਾਸ ਬਣਾਇਓ। ਗੁਰਮੁਖੋਂ ਨਾਮ ਰੱਖਿਆ ਸੀ ਸ੍ਰੀ ਅਕਾਲ ਤਖਤ। ਇਹ ਤਖਤ ਅਕਾਲ ਦਾ, ਕਿਸੇ ਬੰਦੇ ਦਾ ਨਹੀਂ। ਪਰ ਸੱਚੀ ਗੱਲ ਹੈ, ਅਹਿਮਦ ਸ਼ਾਹ ਅਬਦਾਲੀ ਹੋਣਾ ਦੀ ਗੱਲ ਕਰ ਲਈਏ, ਮੁਗਲਿਆ ਹਕੂਮਤ ਦੀ ਗੱਲ ਕਰ ਲਈਏ, ਉਸ ਵੇਲੇ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਸਰਕਾਰਾਂ ਨੇ, ਜਿਹੜੇ ਗੈਰ ਸਿੱਖ ਨੇ, ਸਿੱਖ ਵਿਰੋਧੀ ਨੇ, ਉਹ ਸਰਵ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਾਨ ਦੇ ਉਲਟ ਬਲਕਿ ਇਹਨੂੰ ਢਾਹ ਲਾਉਣ ਵਾਸਤੇ ਹੱਥ ਧੋ ਕੇ ਮਗਰ ਪਏ ਹੋਏ ਨੇ। ਕਿਉਂਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ, ਮੈਂ ਥੋੜਾ ਜਿਹਾ ਅਰਜ਼ ਕਰਨੀ ਚਾਹਣਾ ਹੈ। ਜੂਨ 1984 ਦਾ ਪਹਿਲਾ ਹਫਤਾ ਕਿਵੇਂ ਹੋਇਆ? ਜਿਵੇਂ ਅਸੀਂ ਇਹਨਾਂ ਸਾਰਿਆਂ ਨੂੰ ਪੜ੍ਹਦੇ ਹਾਂ, ਬਲਕਿ ਜਿਹੜੇ ਵਿੱਚ ਸ਼ਾਮਲ ਸੀ ਉਸ ਵੇਲੇ ਦੇ ਲੈਫਟੀਨੈਂਟ ਜਾਂ ਹੋਰ ਹਾਕਮ ਜਿਹੜੇ, ਉਹਨਾਂ ਦੇ ਜ਼ਬਾਨੀ ਵੀ ਇਹ ਗੱਲ ਕੀਤੀ ਜਾਂਦੀ ਹੈ, ਲਿਖਤੀ ਰੂਪ ਵਿੱਚ ਵੀ ਗੱਲ ਕੀਤੀ ਜਾਂਦੀ ਹੈ ਕਿ ਸਾਨੂੰ ਪਹਿਲਾਂ ਜਿਹੜਾ ਸੀ ਉਹ ਟ੍ਰੇਨਿੰਗ ਦਿੱਤੀ ਗਈ ਸੀ ਹਿਮਾਚਲ ਦੇ ਵਿੱਚ, ਹੈਦਰਾਬਾਦ ਵਿੱਚ, ਕਿ ਕਿਵੇਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਕਰਨਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ, ਇਹਨਾਂ ਦਾ ਤੇ ਇੱਕ ਬਹਾਨਾ ਹੀ ਬਣਾਇਆ ਗਿਆ ਸੀ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਤਾਂ ਸੰਤ ਜਰਨੈਲ ਸਿੰਘ ਸੀ, ਬਾਕੀ 36 ਗੁਰਦੁਆਰਿਆਂ ਦੇ ਵਿੱਚ ਕੌਣ ਸੀ? ਔਰ 6 ਲੱਖ ਫੌਜ ਜਿਹੜੀ ਸਾਰੇ ਪੰਜਾਬ ਦੇ ਵਿੱਚ ਲਾ ਦਿੱਤੀ ਗਈ ਸੀ 31 ਮਈ ਦੀ ਰਾਤ ਨੂੰ। ਔਰ ਇੱਕ ਦੀ ਸਵੇਰ ਨੂੰ ਜਿਹੜਾ ਸੀ 1,33,000 ਫੌਜ ਜਿਹੜੀ ਸੀ ਉਹਨਾਂ ਨੇ ਇਹ ਬਲੂ ਸਟਾਰ ਨੂੰ ਅੰਜਾਮ ਦੇਣਾ ਸੀ, ਜਿਹਦੇ ਵਿੱਚੋਂ 2 ਲੱਖ ਫੌਜ ਜਿਹੜੀ ਹੈ ਉਹ ਸ੍ਰੀ ਅੰਮ੍ਰਿਤਸਰ ਦੇ 25 ਕਿਲੋਮੀਟਰ ਘੇਰੇ ਦੇ ਅੰਦਰ ਸੀ। ਔਰ ਪਹਿਲੇ ਦਿਨ ਦਾ ਜਿਹੜਾ ਇਹ ਬਖੇੜਾ ਵੱਧਦਾ ਹੈ ਸਰਕਾਰ ਦੇ ਵੱਲੋਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬ੍ਰਾਂਚ ਹੈ ਇਮਾਰਤੀ ਵਿਭਾਗ, ਜਿਨ੍ਹਾਂ ਦੇ ਵੱਲੋਂ ਬ੍ਰਹਮ ਬੂਟਾ ਇਸ ਪਾਸੇ ਸੰਗਤ ਦੇ ਆਉਣ ਤੇ ਜਿਹੜਾ ਸੀ ਉਹ ਥੋੜਾ ਜਿਹਾ ਕੰਧ ਕੀਤੀ ਜਾ ਰਹੀ ਸੀ। ਇੱਕ ਬਹਾਨਾ ਬਣਾਇਆ ਗਿਆ ਔਰ 1 ਤਰੀਕ ਨੂੰ, ਕਿਉਂਕਿ 31 ਤਰੀਕ ਦੀ ਇਹ ਤੈਸ਼ਬਾਜ਼ੀ ਚੱਲ ਰਹੀ ਸੀ, ਔਰ 1 ਤਰੀਕ ਨੂੰ ਜਿਹੜਾ ਸੀ ਉਹ ਗੋਲਾਬਾਰੀ ਕੀਤੀ ਗਈ, ਜਿਹਦੇ ਵਿੱਚ 11 ਜਿਹੜੇ ਸਿੱਖ ਸਨ ਉਹ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਦੇ ਨਾਮਵਾਰ ਗੁਰੂ ਕੇ ਸਿੱਖ ਭਾਈ ਮਹਿੰਗਾ ਸਿੰਘ ਜੀ ਵੀ ਸਨ। ਅੱਜ ਦੇ ਦਿਨ 2 ਜੂਨ ਵਾਲੇ ਦਿਨ, ਕਿਉਂਕਿ ਪੋਸਟਮਾਰਟਮ ਵਾਸਤੇ ਲਾਸ਼ਾਂ ਖੜੀਆਂ ਗਈਆਂ, ਤੇ ਇਹ ਜਿਹੜੇ ਸਿੰਘ ਸਨ ਇਹਨਾਂ ਦੇ ਵਿੱਚੋਂ 4 ਸਿੰਘ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ, ਔਰ ਇਸੇ ਤਰ੍ਹਾਂ ਬੱਬਰ ਖਾਲਸਾ ਦਾ ਭਾਈ ਮਹਿੰਗਾ ਸਿੰਘ, ਇਹਨਾਂ ਦੇ ਸੰਸਕਾਰ ਜਿਹੜੇ ਸੀ ਇਸ ਸਥਾਨ ਤੇ ਹੀ ਕੰਪਲੈਕਸ ਦੇ ਵਿੱਚ ਕੀਤੇ ਗਏ। ਬਲਕਿ ਮੰਜੀ ਸਾਹਿਬ ਦੇ ਸਾਹਮਣੇ ਜਿਹੜਾ ਸੀ ਭਾਈ ਮਹਿੰਗਾ ਸਿੰਘ ਦਾ ਸੰਸਕਾਰ ਕੀਤਾ ਗਿਆ, ਜੋ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਦੇ ਜਿਹੜੇ 4 ਸਿੰਘ ਸੀ, ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਉਹਨਾਂ ਦੇ ਸੰਸਕਾਰ ਕੀਤੇ ਗਏ। ਉਹਨਾਂ ਸ਼ਹੀਦਾਂ ਨੂੰ ਵੀ ਸਾਨੂੰ ਪ੍ਰਣਾਮ ਕਰਨੀ ਚਾਹੀਦੀ ਹੈ। ਉਸ ਵੇਲੇ ਦੀ ਹਕੂਮਤ ਦੇ ਵੱਲੋਂ ਤੋਪਾਂ ਟੈਂਕਾਂ ਦੇ ਨਾਲ ਜਿਹੜਾ ਸੀ ਅਟੈਕ ਕੀਤਾ ਗਿਆ। ਮੈਂ ਬੇਨਤੀ ਕਰਾਂ, 2 ਤਰੀਕ ਦੀ ਰਾਤ ਨੂੰ 8:30 ਵਜੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਸ਼ਟਰ ਨੂੰ ਸੰਬੋਧਨ ਹੁੰਦੀ ਹੈ, ਉਹਦੇ ਸੰਬੋਧਨਾਂ ਦੇ ਵਿੱਚੋਂ, ਉਹਦੇ ਬੋਲਾਂ ਦੇ ਵਿੱਚੋਂ ਹੀ ਅੱਗ ਜਿਹੜੀ ਬਰਸਦੀ ਸੀ। ਅਜੇ ਉਹਨੇ ਸੰਬੋਧਨ ਖਤਮ ਹੀ ਕੀਤਾ ਸੀ ਤੇ 2 ਜੂਨ ਦੀ ਰਾਤ ਨੂੰ ਜਿਹੜੀ ਗੋਲਾਬਾਰੀ ਸ਼ੁਰੂ ਹੋ ਗਈ ਸੀ।
ਔਰ ਬਹੁਤ ਸਾਰੇ ਨਿਹੱਥੇ ਬੇਦੋਸ਼ੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਵੀ ਸਾਨੂੰ ਨਮਸਕਾਰ ਕਰਨੀ ਬਣਦੀ ਹੈ। ਅੱਜ ਵੀ ਸਾਡੇ ਉੱਪਰ ਜਿਸਮਾਨੀ ਔਰ ਬੌਧਿਕ ਤੌਰ ਤੇ ਹਮਲੇ ਹੋ ਰਹੇ ਨੇ, ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅੱਜ ਵੀ ਕਰੋਨਾ ਪੀੜਤ ਲੋਕਾਂ ਨੂੰ ਜਾਂ ਲੋਕਾਂ ਦੀ ਸੁਰੱਖਿਆ ਵਾਸਤੇ ਬਹੁਤ ਸਾਰੇ ਪ੍ਰਬੰਧ ਕਰ ਰਹੇ ਨੇ, ਆਕਸੀਜਨ ਦੇ ਰਹੇ ਨੇ, ਉਹਨਾਂ ਨੂੰ ਫ੍ਰੀ ਵਿੱਚ ਵੈਕਸੀਨ ਦੇ ਰਹੇ ਨੇ। ਜਿਵੇਂ ਕੱਲ ਪਰਸੋਂ ਜਿਹੜਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਪਰਾਲਾ ਕੀਤਾ ਗਿਆ। ਗੁਰੂ ਕਾ ਸਿੱਖ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ, ਭਲਾ ਕਰਦਾ ਵੀ ਹੈ, ਪਰ ਸਾਡੀ ਬਦਕਿਸਮਤੀ ਹੈ ਕਿ ਸਰਕਾਰਾਂ ਸਾਨੂੰ ਅੱਜ ਵੀ ਅੱਤਵਾਦੀ ਕਹਿ ਕੇ ਭੰਡਦੀਆਂ ਹੈ। ਮੈਂ ਬੇਨਤੀ ਕਰਾਂਗਾ, ਸਾਡੀਆਂ ਜਿੰਨੀਆਂ ਮਰਜ਼ੀ ਸੰਪਰਦਾਵਾਂ ਜਥੇਬੰਦੀਆਂ ਮੁਬਾਰਕ ਨੇ, ਪਰ ਗੁਰੂ ਦੇ ਪੰਥ ਵਾਸਤੇ ਇੱਕ ਹੋ ਜਾ ਕਰੋ, ਇੱਕ ਹੋ ਜਾ ਕਰੋ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਇਸੇ ਤਰ੍ਹਾਂ ਦਲ ਪੰਥ ਬਾਬਾ ਬਿਧੀ ਚੰਦ ਦੇ 11ਵੇਂ ਜਾਨਸੀਨ ਮਹਾਂਪੁਰਖ ਬਾਬਾ ਦਇਆ ਸਿੰਘ ਜੀ ਉਹ ਗੱਲ ਕਰਦੇ ਹੁੰਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਨਾਮਜ਼ਦ ਜਮਾਤ ਹੈ, ਜਿਹਦੀ ਆਵਾਜ਼ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਦੀ ਹੈ। ਇਸ ਵਾਸਤੇ ਸਾਨੂੰ ਇਹਦਾ ਸਹਿਯੋਗ, ਸਾਨੂੰ ਨਰੋਆ ਅੰਗ ਬਣ ਕੇ ਚੱਲਣ ਦੀ ਜ਼ਰੂਰਤ ਹੈ। ਅੱਜ ਵੀ ਲੋੜ ਹੈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮੋਢਾ ਜੋੜ ਕੇ ਚੱਲੀਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤਿ ਗਿਆਨ ਨੂੰ ਲੈ ਕੇ ਚੱਲੀਏ। ਦੁਨੀਆ ਦੀ ਕੋਈ ਇਹੋ ਜਿਹੀ ਤਾਕਤ ਨਹੀਂ ਹੋਵੇਗੀ ਜਿਹੜੀ ਸਿੱਖ ਜਾਂ ਸਿੱਖੀ ਨੂੰ ਕਹਿਰੀ ਨਜ਼ਰ ਨਾਲ ਤੱਕ ਸਕਦੀ ਹੋਵੇ। ਆਓ ਸ਼ਬਦ ਦੇ ਅੰਤਲੇ ਬੰਦ ਦਾ ਪਾਠ ਸਰਵਣ ਕਰਦੇ ਹਾਂ। ਨਾਨਕ ਜਨ ਤੁਮਰੀ ਸਰਣਾਏ, ਹਰ ਰਾਖੋ ਲਾਜ ਭਗਾਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਆਪੇ ਠਾਕੁਰ, ਆਪੇ ਸੇਵਕ, ਆਪ ਬਣਾਵੇ ਭਾਤੀ, ਉਹ ਆਪ ਹੀ ਬਿਧ ਰਚਦਾ ਹੈ। ਨਾਨਕ ਜਨ ਤੁਮਰੀ ਸ਼ਰਨਾਈ, हे ਵਾਹਿਗੁਰੂ ਮੈਂ ਸੇਵਕ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਹਰ ਰਾਖੋ ਲਾਜ ਭਗਾਤੀ। ਕਿਰਪਾ ਕਰੋ ਇਸ ਭਗਤੀ ਕਰਨ ਵਾਲੇ ਦੀ, ਇਸ ਕੀਤੀ ਹੋਈ ਭਜਨ ਬੰਦਗੀ ਦੀ ਲਾਜ ਰੱਖ ਲਵੋ, ਕਿਉਂਕਿ ਮਾਲਕ ਵਾਹਿਗੁਰੂ ਹਮੇਸ਼ਾ ਸਾਡੀ ਲਾਜ ਪੱਤ ਰੱਖਦਾ ਹੈ। ਆਓ ਸ਼ਬਦ ਲਈ ਅੰਤਲੇ ਬੰਦ ਦੇ ਪਾਠ ਨੂੰ ਸਰਵਣ ਕਰਕੇ ਆਪਾਂ ਸਮਾਪਤੀ ਕਰੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਭਗਾਤੀ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।